ਦੋਸਤੋ ਅੱਜ ਇੱਕ ਖਾਸ ਗੱਲਬਾਤ ਕਰਨ ਜਾ ਰਹੇ ਹਾਂ। ਬਹੁਤ ਇਸ ਵੇਲੇ ਜਦੋਂ ਅਸੀਂ ਪੰਜਾਬ ਦੀ ਜਾਂ ਭਾਰਤ ਦੀ ਕਿਸਾਨੀ ਦੀ ਜਦੋਂ ਗੱਲ ਕਰ ਰਹੇ ਹਾਂ ਤਾਂ ਅਲੱਗ-ਅਲੱਗ ਪਰਸਨੈਲਿਟੀਜ਼ ਨਾਲ ਪਿਛਲੇ ਕੁਝ ਦਿਨਾਂ ਤੋਂ ਅਸੀਂ ਤੁਹਾਡੇ ਨਾਲ ਇੰਟਰਵਿਊਜ਼ ਸਾਂਝੇ ਕਰਦੇ ਆ ਰਹੇ ਹਾਂ। ਕੁਝ ਇੱਥੋਂ ਦੇ ਸਾਡੇ ਲੋਕਲ ਐਕਸਪਰਟਸ ਹੁੰਦੇ ਨੇ, ਸਾਡੇ ਲਿਸਨਰਜ਼, ਸਾਡੇ ਕਾਲਰਜ਼, ਸਾਡੇ ਪਰਿਵਾਰ, ਉਹ ਵੀ ਸਾਡੇ ਨਾਲ ਸਾਂਝ ਪਾਉਂਦੇ ਆ। ਅਤੇ ਅਸੀਂ ਕਾਫੀ ਸਾਰੇ ਜਿਹੜੇ ਐਕਸਪਰਟਸ ਨੇ, ਚਾਹੇ ਉਹ ਲਾਇਰ ਨੇ, ਚਾਹੇ ਉਹ ਖੇਤੀਬਾੜੀ ਨਾਲ ਜੁੜੇ ਹੋਏ ਨੇ, ਚਾਹੇ ਉਹ ਪੋਲੀਟੀਕਲੀ ਜੁੜੇ ਹੋਏ ਨੇ, ਉਹਨਾਂ ਦੇ ਨਾਲ ਪੰਜਾਬ ਤੋਂ ਵੀ ਜਾਂ ਇੱਥੋਂ ਵੀ ਗੱਲਬਾਤ ਕਰਦੇ ਰਹੇ। ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਨਾਲ ਵੀ ਗੱਲਬਾਤ ਕਰਦੇ ਰਹੇ ਹਾਂ। ਔਰ ਉਹਦੇ ਵਿੱਚ ਇਸ ਵੇਲੇ ਜਦੋਂ ਅਸੀਂ ਪੰਜਾਬ ਦੇ ਸੰਘਰਸ਼ ਦੀ ਗੱਲ ਕਰ ਰਹੇ ਹਾਂ, ਇਸ ਖੇਤੀ ਕਿਸਾਨੀ ਸੰਘਰਸ਼ ਦੀ ਖਾਸ ਤੌਰ ਦੇ ਉੱਤੇ ਗੱਲ ਕਰਦੇ ਹਾਂ, ਜਿੱਥੇ ਪੰਜਾਬ ਮੋਹਰੀ ਹੋ ਕੇ ਲੀਡ ਕਰ ਰਿਹਾ, ਤਾਂ ਉਸ ਲੀਡ ਦੇ ਵਿੱਚ ਇੱਕ ਬਹੁਤ ਅਹਿਮ ਰੋਲ ਨਿਭਾਇਆ ਸਾਡੇ ਕਲਾਕਾਰਾਂ ਨੇ। ਜਿੱਥੇ ਅਸੀਂ ਕਈ ਵਾਰੀ ਠੀਕ ਹੈ ਉਹਨਾਂ ਦੀ ਜਿਹੜੀ ਜਵਾਬਦੇਹੀ ਹੈ ਸਮਾਜ ਪ੍ਰਤੀ, ਸੁਸਾਇਟੀ ਪ੍ਰਤੀ, ਉਹਦੇ 'ਤੇ ਸਵਾਲ ਵੀ ਚੁੱਕਦੇ ਰਹੇ ਹਾਂ ਕਲਾਕਾਰਾਂ ਦੇ ਉੱਤੇ, ਕਿ ਜਿਹੜਾ ਜਿਸ ਤਰ੍ਹਾਂ ਦਾ ਮੂੰਹ ਮੁਹਾਂਦਰਾ ਸਾਡੇ ਕਲਾਕਾਰਾਂ ਨੇ ਸਾਡੀ ਕਮਿਊਨਿਟੀ ਦਾ, ਭਾਈਚਾਰੇ ਦਾ, ਨੌਜਵਾਨਾਂ ਦਾ ਬਣਾਇਆ, ਕੀ ਉਹ ਇਸ ਤਰ੍ਹਾਂ ਦਾ ਜੋ ਗੀਤਾਂ ਦੇ ਵਿੱਚ ਸੁਣਨ ਨੂੰ ਮਿਲਦਾ। ਪਰ ਇਸ ਵੇਲੇ ਉਹ ਸਾਰੇ ਜਿਹੜੇ ਕਹਿ ਲਈਏ ਕਿ ਦਰਦ ਹੈ, ਸਾਰੇ ਦੁੱਖ ਹੈ, ਸਾਰੀਆਂ ਤਕਲੀਫਾਂ ਹੈ, ਸ਼ਾਇਦ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹ ਲੋਕ ਤਸੱਲੀ ਮਹਿਸੂਸ ਕਰ ਰਹੇ ਆ, ਜੋ ਇਸ ਵੇਲੇ ਜਿਸ ਤਰ੍ਹਾਂ ਦੀ ਭੂਮਿਕਾ ਕਲਾਕਾਰਾਂ ਨੇ ਨਿਭਾਈ ਹੈ। ਇਹਦੇ ਬਾਰੇ 'ਚ ਅਸੀਂ ਇੱਕ ਖਾਸ ਗੱਲਬਾਤ ਕਰਨੀ ਹੈ। ਬੜੀ ਛੇਤੀ ਇੱਕ ਖਾਸ ਮਹਿਮਾਨ ਸਾਡੇ ਨਾਲ ਹੋਣਗੇ। ਉਹ ਕੌਣ ਨੇ, ਉਹਦੇ ਲਈ ਵੀ ਤੁਸੀਂ ਜੁੜੇ ਰਹੋ ਪ੍ਰੋਗਰਾਮ ਹਰਜਿੰਦਰ ਗਿੱਲ ਸ਼ੋਅ ਦੇ ਵਿੱਚ। ਬਸ ਹੋਸ਼ ਤੋਂ ਕੰਮ ਲਿਓ, ਕਿਉਂਕਿ ਬੜੇ ਆਉਣਗੇ ਇੱਥੇ ਇਹਨਾਂ ਕੰਮਾਂ ਨੂੰ ਖਰਾਬ ਕਰਨ ਵਾਲੇ। ਉਹਨਾਂ ਕੋਲੇ ਬੜੇ ਤਰੀਕੇ ਆ, ਉਹਨਾਂ ਕੋਲੇ ਬੜਾ ਪੇਪਰ ਵਰਕ ਹੈ। ਇਸ ਕਰਕੇ ਹੋਸ਼ ਇਹਨਾਂ ਬਜ਼ੁਰਗਾਂ ਕੋਲੇ ਹੈ ਤੇ ਜੋਸ਼ ਜਵਾਨੀ ਕੋਲੇ ਹੈ। ਬਸ ਲਾਣੇਦਾਰਾਂ ਨਾਲ ਰਹਿ ਕਰਕੇ ਚੱਲਿਓ। ਬਸ 4-5 ਘੰਟਿਆਂ ਦੀ ਬਾਟ ਦਿੱਲੀਏ, ਤੈਨੂੰ ਯਾਦ ਕਰਵਾ ਦਿਆਂਗੇ ਔਕਾਤ ਦਿੱਲੀਏ। ਤੇਰੀ ਹਿੱਕ ਉੱਤੇ ਚੜ ਕੇ ਜੈਕਾਰੇ ਲਾਉਣਗੇ, ਜੈਕਾਰੇ ਲਾਉਣਗੇ। ਤੇਰੀ ਹਿੱਕ ਉੱਤੇ ਚੜ ਕੇ ਜੈਕਾਰੇ ਲਾਉਣਗੇ। ਸਾਡੀ ਹੌਸਲਾ ਅਫਜ਼ਾਈ ਆਸਮਾਨ ਕਰੂਗਾ। ਤੈਨੂੰ ਦਿੱਲੀਏ ਇਕੱਠ ਪਰੇਸ਼ਾਨ ਕਰੂਗਾ, ਪਰ ਫਸਲਾਂ ਦੇ ਫੈਸਲੇ ਕਿਸਾਨ ਕਰੂਗਾ। ਫਸਲਾਂ ਦੇ ਫੈਸਲੇ ਕਿਸਾਨ ਕਰੂਗਾ। ਸੋ ਦੋਸਤੋ, ਇਹਨਾਂ ਫੈਸਲਿਆਂ ਦੀ ਗੱਲ ਕਰਨ ਵਾਲੀ ਆਵਾਜ਼ ਇਸ ਵੇਲੇ ਸਾਡੇ ਨਾਲ ਹੈ। ਕੰਵਰ ਗਰੇਵਾਲ ਹੋਰੀ ਅੱਜ ਸਾਡੇ ਖਾਸ ਮਹਿਮਾਨ ਹੋਣਗੇ। ਕੰਵਰ ਬਾਈ ਜੀ, ਬਹੁਤ ਬਹੁਤ ਸਵਾਗਤ ਤੁਹਾਡਾ ਹਰਜਿੰਦਰ ਗਿੱਲ ਸ਼ੋਅ ਦੇ ਵਿੱਚ। ਬਾਈ ਸਤਿ ਸ੍ਰੀ ਅਕਾਲ। ਬਹੁਤ ਬਹੁਤ ਆਦਰ ਔਰ ਸਤਿਕਾਰ ਤੁਹਾਡੇ ਲਈ, ਔਰ ਸਾਡੇ ਸਾਰੇ ਪਿਓ ਦਾਦੇ, ਸਾਡੀਆਂ ਮਾਵਾਂ ਭੈਣਾਂ, ਵੀਰ, ਸਾਡੇ ਛੋਟੇ ਭਰਾ, ਛੋਟੇ ਬੱਚੇ, ਸਾਰਿਆਂ ਲਈ ਬਹੁਤ ਬਹੁਤ ਆਦਰ ਔਰ ਸਤਿਕਾਰ ਮੇਰੇ ਵੀਰ। ਬਹੁਤ ਮਿਹਰਬਾਨੀ ਸਰ, ਥੈਂਕ ਯੂ। ਔਰ ਕਾਫੀ ਬਿਜ਼ੀ ਸਮੇਂ ਦੇ ਵਿੱਚੋਂ, ਬਿਜ਼ੀ ਸਕੈਜੂਲ ਦੇ ਵਿੱਚੋਂ, ਕਾਫੀ ਨੱਠ ਭੱਜ ਦੇ ਵਿੱਚੋਂ ਤੁਸੀਂ ਲੇਟ ਨਾਈਟ ਇਸ ਵੇਲੇ ਤਕਰੀਬਨ ਮੈਨੂੰ ਲੱਗਦਾ 1 ਵਜਣ ਵਾਲਾ ਰਾਤ ਦਾ, ਤੇ ਸਮਾਂ ਕੱਢ ਰਹੇ ਹੋ। ਪਹਿਲਾਂ ਤਾਂ ਤੁਹਾਡਾ ਧੰਨਵਾਦ। ਇੱਥੇ ਆਇਆ ਦਿੱਲੀ ਹੈ, ਜਾਗਦੇ ਹੀ ਆ ਜੇ। ਹਾਂਜੀ। ਅੱਛਾ, ਖੁਸ਼ੀ ਇਸ ਗੱਲ ਦੀ ਵੀ ਆ ਵੀ ਪੰਜਾਬੀ ਵੀ ਜਾਗ ਗਿਆ ਕਹਿੰਦੇ। ਹਾਂ ਬਾਈ, ਜਿਹੜੀ ਵਾਹਵਾ ਟਾਈਮ ਹੋ ਗਿਆ ਸੀ ਸੁੱਤੇ ਪਿਆ ਨੂੰ। ਤੇ ਧਰਮ ਨਾਲ ਚਲੋ ਲੰਘ ਤਾਂ ਉਸ ਦੌਰ ਚੋਂ ਰਹੇ ਆ ਜਦੋਂ ਆਪਦੇ ਹੱਕਾਂ ਲਈ ਲੜ ਰਿਹਾ ਸਾਰਾ ਪੰਜਾਬ। ਪਰ ਜੇ ਅੰਦਰ ਦੀ ਗੱਲ ਪੁੱਛੋ, ਧਰਮ ਨਾਲ ਚਾਅ ਚੜਿਆ ਰਹਿੰਦਾ ਹੁਣ ਕਿ ਅਸੀਂ ਸਾਡੀ ਇਸ ਉਮਰ ਦੇ ਵਿੱਚ, ਇਸ ਜਵਾਨੀ ਦੇ ਵਿੱਚ ਅਸੀਂ ਪੰਜਾਬ 'ਚ ਉਹ ਦਿਨ ਦੇਖ ਲਏ ਜਿੰਨਾਂ ਬਾਰੇ ਅਸੀਂ ਕਿਤਾਬਾਂ 'ਚ ਪੜ੍ਹਦੇ ਹੁੰਦੇ ਸੀ ਕਿ ਭਾਈ ਫਲਾਣੇ ਟਾਈਮ ਪੰਜਾਬ ਏਦਾਂ ਲੜਿਆ ਸੀ, ਉਦੋਂ ਏਦਾਂ ਲੜਿਆ ਸੀ। ਤਾਂ ਅੱਜ ਪੰਜਾਬ ਨੂੰ ਜਦੋਂ ਹੂ ਅੱਖਾਂ ਸਾਹਮਣੇ ਲੜਦੇ ਦੇਖਦੇ ਆ ਤਾਂ ਉਹਦੇ ਚਲੋ ਮਹਾਰਾਜ ਨੇ ਸਾਨੂੰ ਵੀ ਪਾਰਟੀਸਪੇਟ ਕਰਵਾਇਆ, ਤਾਂ ਬਹੁਤ ਚੰਗਾ ਵੀ ਲੱਗ ਰਿਹਾ ਕਿ ਆਉਣ ਵਾਲੇ ਦਿਨ ਜਿਹੜੇ ਪੰਜਾਬ ਦੇ ਆ ਸੌਖੇ ਹੋਣਗੇ। ਅੱਛਾ ਕਮਰ ਭਾਈ, ਜ਼ਿੰਮੇਵਾਰੀ ਦੀ ਮੈਂ ਥੋੜ੍ਹੀ ਦੇਰ ਪਹਿਲਾਂ ਗੱਲ ਕਰ ਰਿਹਾ ਸੀ, ਸ਼ਾਇਦ ਤੁਸੀਂ ਸੁਣੀ ਵੀ ਹੋਣੀ ਹੈ, ਕਿ ਇੱਕ ਜਿੱਥੇ ਸਾਡੀ ਸਾਰਿਆਂ ਦੀ ਸਮਾਜ ਨੂੰ ਸੁਧਾਰਨ ਦੇ ਲਈ, ਸਮਾਜ ਨੂੰ ਬਣਾਉਣ ਦੇ ਲਈ ਇੱਕ ਜ਼ਿੰਮੇਵਾਰੀ ਹੁੰਦੀ ਹੈ, ਉੱਥੇ ਜਿਹੜੇ ਸਾਡੇ ਕਲਾਕਾਰ ਹੈ, ਸਾਡੇ ਸਾਹਿਤਕਾਰ ਹੈ, ਸਾਡੇ ਰਹਿਨੁਮਾ ਹੁੰਦੇ ਆ, ਲੀਡਰ ਹੁੰਦੇ ਆ, ਕਿਸੇ ਨਾ ਕਿਸੇ ਰੂਪ ਦੇ ਵਿੱਚ ਸੈਲੀਬ੍ਰਿਟੀਜ਼ ਹੁੰਦੇ ਆ ਜਿਹਨਾਂ ਨੂੰ ਲੋਕ ਫੋਲੋ ਕਰਦੇ ਆ, ਉਹਨਾਂ ਦੀ ਥੋੜ੍ਹੀ ਜਿਹੀ ਅਸੀਂ ਚੰਗੇ ਕੰਮ ਲਈ ਵੀ, ਔਰ ਜੇਕਰ ਮਾੜਾ ਹੋ ਰਿਹਾ ਤਾਂ ਫਿਰ ਉਹ ਜ਼ਿੰਮੇਵਾਰੀ ਛੇਤੀ ਲਗਾ ਦਈਦੀ ਹੈ। ਤੇ ਇਸ ਵੇਲੇ ਕਿਵੇਂ ਦੇਖ ਰਹੇ ਹੋ ਇਸ ਸਾਰੀ ਜ਼ਿੰਮੇਵਾਰੀ ਨੂੰ ਨਿਭਾਉਣ ਦੇ ਜੋ ਸਿਲਸਿਲਾ ਚੱਲ ਰਿਹਾ? ਦੇਖ ਬਾਈ, 7 ਸਾਲ ਹੋ ਗਏ ਮੈਨੂੰ ਗਾਉਂਦੇ ਨੂੰ ਜੀ। ਮੈਂ ਤਾਂ ਆਪ ਸਟੇਜਾਂ ਤੇ ਬੋਲਦਾ ਸੀ, ਜਿਹੜੇ ਮੁੰਡੇ ਕੁੜੀਆਂ ਸਾਡੇ ਚੰਗੇ ਗੀਤ ਨਹੀਂ ਗਾਉਂਦੇ ਵੀ ਭਾਈ ਠੀਕ ਗਾਣੇ ਗਾਓ। ਪਰ ਰੌਲਾ ਹੁਣ ਇਹ ਹੈ ਕਿ ਜਿਹੜਾ
3 ਮਹੀਨਿਆਂ 'ਚ ਜਿਹੜਾ ਸਾਡੇ ਆਪਣੇ ਪੰਜਾਬ ਦੇ ਗਵਈਏ ਹੈ ਸਾਰੇ ਭੈਣ ਭਰਾ, ਤਾਂ ਮੈਨੂੰ ਲੱਗਦਾ ਇੱਕ ਵਾਰੀ ਤਾਂ ਲਾਂਭੇ ਲਾਤੇ ਸਾਰਿਆਂ ਨੇ। ਤੇ ਬਾਕੀ ਇੱਕ ਬਹੁਤ ਵੱਡਾ ਸਵਾਲ ਖੜਾ ਹੋਇਆ ਲੋਕਾਂ ਲਈ, ਕਲਾਕਾਰਾਂ ਲਈ ਨਹੀਂ, ਹਾਂਜੀ, ਆਵਾਮ ਲਈ, ਸਰੋਤੇ ਲਈ ਸਵਾਲ ਖੜਾ ਹੋਇਆ ਕਿ ਜਿਸ ਤਰ੍ਹਾਂ ਦਾ ਪੰਜਾਬ 'ਚ ਮਾਹੌਲ ਅਸੀਂ ਕ੍ਰੀਏਟ ਕਰਾਂਗੇ ਨਾ, ਤਾਂ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਕਿਸੇ ਵੀ ਗਵਈਏ ਦੀ ਇਹ ਹਿੰਮਤ ਹੈ ਕਿ ਗਲਤ ਗੀਤ ਗਾ ਜੀ। ਅੱਜ ਹੁਣ ਰੌਲਾ ਇਹ ਹੈ ਕਿ ਸਾਰਾ ਪੰਜਾਬ ਹਾਜ਼ਰ ਹੈ, ਉਹ ਭਾਵੇਂ ਇੱਥੇ ਪੰਜਾਬ 'ਚ ਬੈਠਾ ਹੈ ਜਾਂ ਪੰਜਾਬ ਤੋਂ ਬਾਹਰ ਕਿਤੇ ਵੀ ਬੈਠਾ ਹੈ ਜੀ। ਅੱਜ ਕਿਸੇ ਵੀ ਸੋਸ਼ਲ ਨੈਟਵਰਕ ਤੇ ਜਾਂ ਡਰਾਇੰਗ ਰੂਮ 'ਚ, ਡਾਈਨਿੰਗ ਟੇਬਲ ਤੇ, ਬੈਡਰੂਮ 'ਚ, ਕਿਤੇ ਵੀ ਹੋਰ ਇਸ ਮਸਲੇ ਤੋਂ ਬਿਨਾਂ ਦੂਜੀ ਗੱਲ ਹੈ ਨਹੀਂ ਜੀ। ਸੋ ਮੈਨੂੰ ਲੱਗਦਾ ਕਿ ਜਦੋਂ ਇਸ ਲੈਵਲ ਤੇ ਇੱਕ ਚਰਚਾ ਹੁੰਦੀ ਹੈ ਨਾ, ਜਦੋਂ ਆਪਦੇ ਸੂਬੇ ਦੇ ਹੱਕਾਂ ਦੀ, ਤਾਂ ਫਿਰ ਮੈਨੂੰ ਲੱਗਦਾ ਕਿ ਸਭ ਕੁਝ ਬਦਲਣਾ ਸੁਭਾਵਿਕ ਹੈ। ਤੇ ਦੂਜੀ ਰਹੀ ਗੱਲ ਗਾਉਣ ਵਾਲਿਆਂ ਦੀ, ਸਾਰੇ ਭੈਣ ਭਰਾਵਾਂ ਦੀ, ਜਾਣੀ ਉਹੀ ਗੱਲ ਜੋ ਤੁਸੀਂ ਕਹਿੰਦੇ ਹੋ ਕਿ ਲਾਂਭੇ ਲਾਤੇ ਸਾਰੇ। ਤਕਰੀਬਨ 90-95 ਗੀਤ ਮੇਰੇ ਖਿਆਲ 'ਚ ਪਿਛਲੇ 3 ਮਹੀਨਿਆਂ 'ਚ ਸਿਰਫ ਕਿਸਾਨੀ ਨਾਲ ਰਿਲੀਜ਼ ਹੋਏ ਆ ਜੀ ਜੀ। ਬਹੁਤ ਵੱਡਾ ਸਵਾਲ ਹੈ ਇਹ ਸਰੋਤੇ ਲਈ ਵੀ ਕਿ ਜੇ ਅਸੀਂ ਇਸ ਤਰ੍ਹਾਂ ਦਾ ਐਟਮੋਸਫੀਅਰ ਕ੍ਰੀਏਟ ਕਰਕੇ ਰੱਖਾਂਗੇ ਤਾਂ ਬਹੁਤ ਸੋਹਣੇ ਸੋਹਣੇ ਗਾਣੇ ਤੁਸੀਂ ਆਉਣ ਵਾਲੇ ਦਿਨਾਂ 'ਚ ਵੀ ਸਾਰੇ ਗਾਉਣ ਵਾਲਿਆਂ ਤੋਂ ਸੁਣੋਗੇ ਜੀ। ਅੱਛਾ, ਪਰ ਇਹਦੇ ਵਿੱਚ ਕਮਰ ਭਾਈ ਇਹੀ ਗੱਲ ਜਿਹੜੇ ਸਿੰਗਰਸ ਦੇ ਜੇ ਆਪਾਂ ਥੋੜਾ ਜਿਹਾ ਉਹਨਾਂ ਦਾ ਪੱਖ ਰੱਖਣਾ ਹੋਵੇ ਤਾਂ ਉਹ ਵੀ ਇਹੀ ਕਹਿੰਦੇ ਆਏ ਆ ਕਿ ਜੋ ਤੁਸੀਂ ਸੁਣਨਾ ਚਾਹੁੰਦੇ ਹੋ ਅਸੀਂ ਉਹ ਸੁਣਾ ਦਿੰਦੇ ਹਾਂ। ਸੋ ਪਹਿਲਾਂ ਇਹਦਾ ਮਤਲਬ ਇਹ ਹੈ ਕਿ ਜੋ ਉਹ ਸੁਣਾ ਰਿਹਾ ਸੀ ਉਹ ਸੁਣਨਾ ਚਾਹੁੰਦੇ ਸੀ ਤਾਂ ਹੀ ਸੁਣਾ ਰਹੇ ਸੀ। ਦੇਖੋ ਵਰਗ ਵੰਡੇ ਹੋਏ ਆ ਬਾਈ। ਹੁਣ ਜੇ ਤੁਸੀਂ ਆਖੋ ਕਿ ਮੈਂ ਕੋਈ ਉਦਾਂ ਦਾ ਗੀਤ ਹੀ ਨਹੀਂ ਗਾਇਆ ਜੀ, ਤਾਂ ਪਰ ਮੇਰੇ ਵਾਲੇ ਵੀ ਸੁਣਨ ਵਾਲੇ ਹੈਗੇ ਆ। ਕੈਨੇਡਾ 'ਚ ਵੀ ਦੇਖ ਲਓ, ਹੁਣ ਤੁਹਾਡੇ ਸਾਹਮਣੇ ਸ਼ੋਅ ਹੁੰਦੇ ਆ ਸਾਰੇ, ਤਾਂ ਕਿਵੇਂ ਸਾਰੇ ਜਾਣੀ ਮਾਂ ਬਾਪ ਵੀ ਚੱਲ ਕੇ ਆਉਂਦੇ ਆ, ਦਾਦੇ ਦਾਦੀਆਂ ਵਾਲੀ ਪੀੜ੍ਹੀ ਵੀ ਆਉਂਦੀ ਆ, ਭਰਾ ਵੀ ਆਉਂਦੇ ਆ, ਛੋਟੇ ਜਵਾਕ ਵੀ ਆਉਂਦੇ, ਤਾਂ ਵਰਗ ਆ ਸਾਰਿਆਂ ਦੇ। ਪਰ ਰੌਲਾ ਇਹ ਹੈ ਕਿ ਜੇ ਸਾਰਾ ਸਮਾਜ ਹੀ ਸਿਆਣਪ ਵਾਲੇ ਪਾਸੇ ਤੁਰ ਪਏ ਤਾਂ ਫਿਰ ਮੈਨੂੰ ਲੱਗਦਾ ਕਿ ਇਹ ਇਕੱਲੇ ਕਲਾਕਾਰ ਨਹੀਂ, ਫਿਰ ਸਾਡੇ ਪੋਲੀਟੀਕਲ ਬੰਦੇ ਵੀ, ਸਾਡੇ ਧਾਰਮਿਕ ਆਗੂ ਵੀ, ਸਾਰੇ ਸਮਾਜ ਸੇਵੀ ਵੀ, ਫਿਰ ਮੈਨੂੰ ਲੱਗਦਾ ਵੀ ਕਿਤੇ ਜਾਣੀ ਕੋਈ ਕਸਰ ਰਹਿ ਨਹੀਂ ਜਾਂਦੀ। ਫਿਰ ਹਰ ਬੰਦਾ ਕਹਿੰਦਾ ਕਿ ਨਹੀਂ ਭਾਈ ਸਮਾਜ ਜਾਗਿਆ ਹੋਇਆ ਨਾ, 100% ਜਾਗਿਆ ਹੋਇਆ, ਇਸ ਕਰਕੇ ਹੁਣ ਕਿਤੇ ਗਲਤੀ ਦੀ ਗੁੰਜਾਇਸ਼ ਹੋਣੀ ਨਹੀਂ ਚਾਹੀਦੀ। ਸੋ ਅੱਜ ਉਹੀ ਦਿਨ ਪੰਜਾਬ ਦੇ ਵਿੱਚ ਆਏ ਹੋਏ ਆ, ਵਾਸ ਹੋਇਆ ਉਸ ਐਨਰਜੀ ਦਾ ਕਿ ਪ੍ਰਮਾਤਮਾ ਆਪ ਬੋਲ ਰਿਹਾ ਪੰਜਾਬ ਦੇ ਵਿੱਚ, ਕਿਉਂਕਿ ਐਡੇ ਵੱਡੇ ਇਕੱਠਾਂ ਦਾ ਹੋਣਾ ਔਰ ਇਕੱਠਾਂ ਦੇ ਵਿੱਚ ਡਿਸਿਪਲਿਨ ਦਾ ਰਹਿਣਾ। ਅੱਜ ਦਿਨੇ ਵੀ ਮੈਂ ਲੱਖੇ ਬਾਈ ਨਾਲ ਫੋਨ ਤੇ ਗੱਲ ਕਰਦਾ ਸੀ, ਲੱਖੇ ਸਿਧਾਣੇ ਨਾਲ। ਲੱਖਾ ਸਿਧਾਣਾ ਵੀਰ ਵੀ ਇਹੀ ਕਹਿੰਦਾ ਸੀ, ਕਹਿੰਦਾ ਯਾਰ ਕਮਰ ਬਾਈ, ਕਹਿੰਦਾ ਜਾਣੀ ਇੱਥੇ ਦੇਖ ਕੇ ਲੱਗਦਾ ਯਾਰ ਵੀ ਇਹ ਤਾਂ ਸਾਡੇ ਵਾਸਤੇ ਤਾਂ ਗੱਲ ਹੀ ਨਹੀਂ ਕਿ ਇੰਨਾ ਡਿਸਿਪਲਿਨ ਬਣਾ ਕੇ ਰੱਖ ਲਈਏ ਜਾਂ ਇੰਨੇ ਲੈਵਲ ਤੇ ਜਾਣੀ ਸਾਰਾ ਜਿੰਦਾ ਕੰਟਰੀਬਿਊਸ਼ਨ ਬਾਹਰਲੇ ਮੁਲਕਾਂ ਤੋਂ ਸਾਰੇ ਕਰ ਰਹੇ ਜਾਂ ਇੱਥੋਂ ਕਰ ਰਹੇ। ਇਹ ਕਹਿੰਦਾ ਬੰਦੇ ਦੇ ਵਾਸਤੇ ਗੱਲ ਨਹੀਂ, ਇਹ ਤਾਂ ਪ੍ਰਮਾਤਮਾ ਆਪ ਹਾਜ਼ਰ ਹੈ। ਪ੍ਰਮਾਤਮਾ ਤਾਂ ਹਾਜ਼ਰ ਹੈ ਜੇ ਸਾਰੀ ਆਪਣੀ ਜ਼ਿੰਮੇਵਾਰੀ ਨੂੰ ਲੈ ਕੇ ਚੱਲੇ ਵੇ ਆ, ਨਹੀਂ ਤਾਂ ਨੇਕ ਕਰਕੇ ਚੱਲੇ ਵੇ ਆ। ਹਾਂਜੀ। ਅੱਛਾ ਕਮਰ ਭਾਈ, ਇੱਕ ਚੀਜ਼ ਹੋਰ ਜਿਹੜੇ ਮੈਂ ਆਪਾਂ ਆਫ ਦ ਏਅਰ ਵੀ ਪਹਿਲਾਂ ਗੱਲ ਕਰਦੇ ਸੀ ਕਿ ਜਦੋਂ ਕੋਈ ਇਸ ਤਰ੍ਹਾਂ ਦੀ ਲਹਿਰ ਉੱਠਦੀ ਹੈ ਉਹ ਇਸ ਲਈ ਉੱਠਦੀ ਹੈ ਕਿ ਉਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੁੰਦੀ ਹੈ ਤਾਂ ਉਹ ਹੋਰ ਜ਼ਿਆਦਾ ਪ੍ਰਭਾਵ ਵੱਡਾ ਬਣਾ ਕੇ ਆਪਣੇ ਆਪ ਨੂੰ ਬਾਹਰ ਨਿਕਲਦਾ ਹੈ, ਜਦੋਂ ਆਪਾਂ ਜਿਵੇਂ ਕਹਿੰਦੇ ਵੀ ਉਹ ਬਾਉਂਸ ਬੈਕ ਹੁੰਦੀ ਹੈ ਗੱਲ। ਸੋ ਹੁਣ ਆਪਾਂ ਉਸ ਪ੍ਰਭਾਵ ਦੀ, ਉਸ ਪ੍ਰੈਸ਼ਰ ਦੀ ਜਿਹੜਾ ਉਹ ਸਾਡੇ ਤੇ ਬਣਾਇਆ ਜਾ ਰਿਹਾ ਸੀ ਜਾਂ ਲੋਕਾਂ ਤੇ, ਕਿਸਾਨਾਂ ਤੇ, ਜਾਂ ਪੰਜਾਬ ਦੇ ਲੋਕਾਂ ਨੇ ਜਿੱਥੇ ਰਹਿਨੁਮਾਈ ਕਰਦੇ ਹੋਏ ਸਾਰਾ ਕੁਝ ਅੱਗੇ ਤੋਰਿਆ, ਉਸ ਵਿਰੋਧ ਦੀ ਗੱਲ ਥੋੜੀ ਜਿਹੀ ਕਰਨੀ ਚਾਹੋ, ਤੁਸੀਂ ਕਿਵੇਂ ਦੇਖਦੇ ਹੋ? ਦੁਬਾਰਾ ਸਵਾਲ ਸੌਖਾ ਕਰਕੇ ਪੁੱਛੋ ਬੜਾ ਜਿਹਾ। ਕੀ? ਹਾਂਜੀ, ਮਤਲਬ ਇਹ ਹੈ ਵੀ ਜਿਹੜੇ ਕਿਸਾਨਾਂ ਦੇ ਅਗੇਂਸਟ ਵੀ ਤਾਂ ਬਹੁਤ ਵੱਡੀ ਲੌਬੀ ਖੜੀ ਹੈ ਇਸ ਵੇਲੇ। ਜੇਕਰ ਉਹ ਲੌਬੀ ਇੰਨੀ ਵੱਡੀ ਨਾ ਖੜੀ ਹੁੰਦੀ, ਐਡੀ ਸਟਰੋਂਗ ਉਹ ਵਿਰੋਧ ਨਾ ਹੋਇਆ ਹੁੰਦਾ, ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਨਾ ਕੀਤੀ ਗਈ ਹੁੰਦੀ, ਤਾਂ ਸ਼ਾਇਦ ਇੰਨਾ ਵੱਡਾ ਇਹ ਹਾਈਪ ਨਹੀਂ ਮਿਲਣੀ ਸੀ। ਸੋ ਜਿਹੜਾ ਕਿਸਾਨਾਂ ਦਾ ਵਿਰੋਧ ਕੀਤਾ ਗਿਆ ਜਾਂ ਅੱਜ ਵੀ ਜਿਹੜੀ ਸਰਕਾਰ ਹੈ ਆਪਣੀ ਗੱਲ ਤੇ ਅੜੀ ਹੋਈ ਹੈ, ਉਹਨੂੰ ਕਿਵੇਂ ਦੇਖਦੇ ਹੋ? ਦੇਖੋ ਮੇਰੇ ਖਿਆਲ 'ਚ ਸਮਾਜ ਕਹਿੰਦੇ ਇਹਨੂੰ ਹੈ, ਜੇ ਸਾਰਾ ਭਲਿਆਂ ਦਾ ਹੀ ਹੋ ਜਾਏ ਫਿਰ ਤਾਂ ਇਹ ਸੱਚਖੰਡ ਬਣ ਜਾਏ, ਫਿਰ ਸਮਾਜ ਰਵੇ ਹੀ ਨਾ। ਤਾਂ ਸਮਾਜ ਦੇ ਹਮੇਸ਼ਾ ਹੀ ਕੋਈ ਵੀ ਫਲਸਫਾ ਲੈ ਲਓ, ਭਾਵੇਂ ਧਰਮ ਦਾ ਲੈ ਲਓ, ਭਾਵੇਂ ਰਾਜਨੀਤੀ ਦਾ ਲੈ ਲਓ, ਭਾਵੇਂ ਸਮਾਜ ਦਾ, ਆਪਣਾ ਜੋ ਸਾਡਾ ਆਪਸ ਭਾਈਚਾਰਾ ਹੁੰਦਾ ਪਿੰਡ ਲੈਵਲ ਤੇ, ਇਕਾਈ ਲੈਵਲ ਤੇ, ਤਾਂ ਮੇਰੇ ਖਿਆਲ 'ਚ ਇਹ 'ਚ ਦੋਨੇ ਪਹਿਲੂ ਨਾਲ ਹੀ ਚੱਲਦੇ ਆ। ਚੰਗਾ ਤੇ ਮਾੜਾ ਦੋਨੇ ਪੱਖ ਹਮੇਸ਼ਾ ਹੀ ਚੱਲਦੇ ਆ, ਕਿਉਂਕਿ ਸਮਾਜ ਕਹਿੰਦੇ ਚਰਚਾ ਨੂੰ ਹੈ, ਜਿੱਥੇ ਚਰਚਾ ਹੁੰਦੀ ਹੈ ਉਹ ਸਮਾਜ, ਨਹੀਂ ਤਾਂ ਫਿਰ ਸਾਧੂਆਂ ਦੀਆਂ ਖੋਟੀਆਂ ਜਿੱਥੇ ਚੁੱਪ ਛਾਈ ਹੁੰਦੀ ਹੈ। ਤਾਂ ਇੱਥੇ ਸੁਭਾਵਿਕ ਹੈ ਕਿ ਕਿਸੇ ਦਾ ਕ੍ਰਿਟੀਸਾਈਜ਼ ਕਰਨਾ, ਕਿਸੇ ਦਾ ਐਪਰੀਸ਼ੀਏਟ ਕਰਨਾ, ਕਿਸੇ ਦੇ ਖਿਲਾਫ ਹੋਣਾ। ਸੋ ਮੇਰੇ ਖਿਆਲ 'ਚ ਇਹ ਵੀ ਉਹ ਵਿਧ ਹੈ, ਇਹਨੂੰ ਮੈਨੂੰ ਲੱਗਦਾ ਕਿ ਬਹੁਤ ਜ਼ਿਆਦਾ ਗੰਭੀਰਤਾ ਨਾਲ ਲੈਣ ਦੀ ਲੋੜ ਨਹੀਂ ਹੈ। ਬਹੁਤ ਵੱਡੀ ਗਿਣਤੀ ਜਦੋਂ ਵਿਰੋਧ 'ਚ ਆ ਕੇ ਖੜ ਗਈ ਹੈ ਤਾਂ ਫਿਰ ਹਾਕਮ ਵੀ ਤੁਹਾਡੇ ਸਾਹਮਣੇ ਹੀ ਹੈ। 5-7 ਦਿਨ ਠਹਿਰ ਜੋ। ਵੈਸੇ ਤਾਂ ਕੱਲ੍ਹ ਦੀ ਮੀਟਿੰਗ ਬਹੁਤ ਖਾਸ ਦੱਸੀ ਜਾ ਰਹੀ ਹੈ ਕਿ ਕੱਲ ਫੈਸਲਾ ਕੁਨ ਮੀਟਿੰਗ ਕਰਦੇ ਮੂਡ 'ਚ ਹੈ ਸਾਰੇ ਆਗੂ ਹੀ, ਸਾਰਾ ਪੰਜਾਬ ਹੀ ਕਹਿ ਲਓ। ਪਰ ਜੇ ਬਾਈ ਚਾਂਸ ਕੱਲ ਨੂੰ ਵੀ ਹਜੇ ਕੋਈ ਬੇਸਿੱਟਾ ਨਿਕਲਦੀ ਹੈ ਮੀਟਿੰਗ
ਤਾਂ ਹੁਣ 3 ਮਹੀਨਿਆਂ ਦਾ ਜੋ ਇੱਥੇ ਹੋ ਰਿਹਾ ਉਹ ਕਿ ਲੱਗਦਾ ਨਹੀਂ ਕਿ ਕੋਈ 5, 7, 10, 15, 20 ਜਾਂ ਹੱਦ ਮਹੀਨੇ ਤੋਂ ਵੱਧ ਇਹ ਸੰਘਰਸ਼ ਚੱਲੂਗਾ, ਕਿਉਂਕਿ ਪੰਜਾਬੀ ਚ ਕਹੋ ਵੀ ਚੰਗਿਆੜ ਤਾਂ ਨਿਕਲੀ ਪਈ ਆ ਸਰਕਾਰ ਦੀ। 8 ਦਸੰਬਰ ਦਾ ਜਿਹੜਾ ਜੀ ਸੱਦਾ, ਮੈਨੂੰ ਨਹੀਂ ਲੱਗਦਾ ਕੋਈ ਵਿਰੋਧ ਕਰਨ ਵਾਲਾ ਦਾ ਬਾਹਲਾ ਪ੍ਰਭਾਵ ਹੁਣ ਲੈਣਾ ਚਾਹੀਦਾ। ਹੁਣ ਤਾਂ ਬਸ ਉਹੀ ਹੈ ਕਿ ਮੱਛੀ ਦੀ ਅੱਖ ਤੇ ਨਿਸ਼ਾਨਾ, ਸਾਰਾ ਪੰਜਾਬ ਹੀ ਤੀਰ ਸਿੰਨੀ ਬੈਠਾ ਹੈ। ਰਾਈਟ। ਅੱਛਾ, ਇਹਦੇ ਵਿੱਚ ਜਿਹੜੀਆਂ ਪੋਲੀਟੀਕਲ ਪਾਰਟੀਜ਼ ਨੇ, ਕਿਉਂਕਿ ਆਈ ਨੋ ਕਿ ਤੁਸੀਂ ਕਈ ਵਾਰੀ ਆਪਣੇ ਆਪ ਨੂੰ ਸਟੇਜਾਂ ਦੇ ਉੱਤੇ ਵੀ ਹਮੇਸ਼ਾ ਬਹੁਤ ਬੇਬਾਕੀ ਦੇ ਨਾਲ, ਚਾਹੇ ਜਿਸ ਤਰ੍ਹਾਂ ਦਾ ਮਰਜ਼ੀ ਤੰਤਰ ਚੱਲ ਰਿਹਾ ਹੋਵੇ, ਜਿਹੜੀ ਮਰਜ਼ੀ ਸਰਕਾਰ ਹੋਵੇ, ਬੋਲਣ ਲੱਗੇ ਕਦੀ ਪਿੱਛੇ ਨਹੀਂ ਹਟੇ। ਇਸ ਵੇਲੇ ਉਹਨਾਂ ਦੀ ਭੂਮਿਕਾ ਕਿਵੇਂ ਦੇਖ ਰਹੇ ਹੋ? ਦੇਖੋ, ਉਹ ਆਲੂ ਪਿਆਜ਼ ਜੇ ਕੱਟੀ ਤਾਂ ਜਾਂਦੇ ਵਿੱਚ ਆਊ ਕੇ ਮਾੜੇ ਮੋਟੇ। ਅੱਛਾ, ਹਾਂ, ਨਹੀਂ ਬਿਲਕੁਲ। ਤੇ ਪਰ ਜਾਣੀ ਹੈ ਨਹੀਂ ਗੱਲ, ਬੜੀਆਂ ਬੇਨਤੀਆਂ ਕੀਤੀਆਂ ਸੀ ਸਾਰਿਆਂ ਨੇ। ਹਾਂਜੀ। ਪਰ ਰੌਲਾ ਬਸ ਇਹ ਹੈ ਕਿ ਇਹ ਰਾਜਨੀਤੀ ਜਿਹੜੀ ਉਹਦੇ ਪਾਸੇ ਤੁਰ ਪਈ ਹੈ ਪੰਜਾਬ ਦੀ ਜੀ, ਤਾਂ ਰਾਈਟ। ਅੱਛਾ, ਥੋੜਾ ਮੈਨੂੰ ਲੱਗਦਾ ਸਿਗਨਲ ਡ੍ਰੌਪ ਹੋ ਰਿਹਾ ਜੀ ਤੁਹਾਡਾ। ਹੋ ਸਕਦਾ ਹੈ ਕਿ ਜੀ ਆਵਾਜ਼ ਆ ਰਹੀ ਹੈ? ਹਾਂਜੀ ਹਾਂਜੀ, ਵਿੱਚ ਥੋੜੀ ਬ੍ਰੇਕ ਹੋ ਰਹੀ ਆ। ਹਾਂਜੀ, ਕੋਈ ਨਹੀਂ, ਗੋ ਹੈਡ। ਹਾਂਜੀ, ਤੁਸੀਂ ਹੁਣ ਚੱਲਣ ਦਿਓ। ਤਾਂ ਉਹ ਬਸ ਐਂ ਜਿਹੀ ਹੈ, ਕਿਉਂਕਿ ਪਹਿਲਾਂ ਤਾਂ ਆ ਜਾਓ ਯਾਰ, ਝੰਡਾ ਵੀ ਇੱਕ ਹੀ ਫੜ ਲਈਏ ਆਪਾਂ ਕਿਸਾਨੀ ਦਾ। ਹਾਂਜੀ, ਤਾਂ ਆਵਾਜ਼ ਆਉਂਦੀ ਹੈ ਬਾਈ? ਹਾਂਜੀ ਹਾਂਜੀ ਹਾਂਜੀ, ਠੀਕ ਚੱਲ ਰਿਹਾ ਹੁਣ। ਵਿੱਚ ਉਹਦਾ ਥੋੜੀ ਜਿਹੀ ਬ੍ਰੇਕ ਹੁੰਦੀ ਹੈ, ਪਰ ਕੋਈ ਨਹੀਂ, ਮੈਂ ਦੱਸ। ਹਾਂਜੀ। ਤਾਂ ਉਦੋਂ ਜ਼ਰੂਰ ਸਾਰਿਆਂ ਨੇ ਕਹਿ ਕੇ ਦੇਖ ਲਿਆ, ਪਰ 2.5-3 ਮਹੀਨੇ ਹੋ ਗਏ ਤੇ ਪਰ ਕੋਈ ਬਾਹਲਾ ਫਰਕ ਪਿਆ ਨਹੀਂ। ਪਰ ਮੈਨੂੰ ਲੱਗਦਾ ਕਿ ਉਹਨਾਂ ਦੇ ਨਾ ਆਉਣ ਨਾਲ ਜਾਂ ਹੋਰ ਵੀ ਜਿਹੜੇ ਨਹੀਂ ਆਏ, ਮੈਨੂੰ ਨਹੀਂ ਲੱਗਦਾ ਕਿ ਇਸ ਮੋਰਚੇ ਨੂੰ ਕੋਈ ਫਰਕ ਪਿਆ, ਕਿਉਂਕਿ ਜਦੋਂ ਪੰਜਾਬ ਆਪ ਆ ਕੇ ਖੜ ਗਿਆ ਨਾ ਭਾਈ, ਜਿੱਥੇ ਸਾਡੇ ਬਜ਼ੁਰਗ ਬਹਿ ਗਏ ਆ ਕੇ, ਜਿੱਥੇ ਸਾਡੀਆਂ ਮਾਵਾਂ ਆ ਗਈਆਂ, ਭੈਣਾਂ ਆ ਗਈਆਂ, ਸਾਡੀ ਜਵਾਨੀ ਖੜ ਗਈ, ਤਾਂ ਮੈਨੂੰ ਲੱਗਦਾ ਨਹੀਂ ਫਿਰ ਉੱਥੇ ਕੋਈ ਕਸਰ ਹੋਰ ਰਹਿ ਜਾਂਦੀ ਹੈ। ਬਾਕੀ ਇਹ ਕਿ ਸ਼ਾਬਾਸ਼ ਹੁੰਦੀ, ਹਿਸਟਰੀ 'ਚ ਲਿਖਿਆ ਜਾਂਦਾ ਕਿ ਭਾਈ ਸਾਰੀਆਂ ਪੋਲੀਟੀਕਲ ਪਾਰਟੀਆਂ ਵੀ ਆਪਦੇ ਰਿਜ਼ਾਈਨ ਕਰਕੇ ਆ ਕੇ ਮੋਰਚੇ ਲਾ ਕੇ ਬਹਿ ਗਈਆਂ, ਤਾਂ ਪਰ ਏਦਾਂ ਹੋਇਆ ਨਹੀਂ। ਅੱਛਾ, ਇਹਨੂੰ ਹੋਰ ਜੇ ਥੋੜਾ ਨੇੜੇ ਤੋਂ ਤੁਸੀਂ ਜਿੰਨਾ ਦੇਖ ਰਹੇ ਹੋ, ਕਿੱਦਾਂ ਭਾਂਫ ਰਹੇ ਹੋ? ਕੀ ਆਬਜ਼ਰਵੇਸ਼ਨ ਕੀ ਹੈ ਤੁਹਾਡੀ ਆਉਣ ਵਾਲੇ ਟਾਈਮ ਲਈ, ਕਿ ਜਿੱਥੇ ਨਤੀਜੇ ਚਲੋ ਆਉਣ ਦੇ ਲਈ ਬੜੇ ਆਸਵੰਦ ਆਪਾਂ ਸਾਰੇ, ਪਰ ਜਦੋਂ ਇਹ ਮੁਹਿੰਮ ਚੱਲ ਰਹੀ ਹੈ, ਲਹਿਰ ਚੱਲ ਰਹੀ ਹੈ, ਜਿਸ ਤਰ੍ਹਾਂ ਦਾ ਕਈ ਲੋਕਾਂ ਨੇ ਰੋਲ ਨਿਭਾਇਆ, ਚਾਹੇ ਉਹ ਆਪਣੇ ਕੁਝ ਸੋਸ਼ਲ ਵਰਕਰਸ ਦੇ ਰੂਪ ਦੇ ਵਿੱਚ, ਚਾਹੇ ਉਹ ਕਿਸਾਨ ਜਥੇਬੰਦੀਆਂ ਦੇ ਲੀਡਰਸ ਦੇ ਰੂਪ ਦੇ ਵਿੱਚ, ਚਾਹੇ ਉਹ ਆਪਣੇ ਕਲਾਕਾਰਾਂ ਦੇ ਰੂਪ ਦੇ ਵਿੱਚ, ਕੀ ਦੇਖਦੇ ਹੋ ਕਿ ਸਿਆਸੀ ਪੱਖ ਤੋਂ ਜਿਹੜੇ ਸਾਡੇ ਪੰਜਾਬੀ ਜਾਂ ਜਿਹੜੇ ਲੋਕ ਆਪਣੇ ਆਪ ਨੂੰ ਕਿਸੇ ਨਾ ਕਿਸੇ ਤਰੀਕੇ ਕਮਜ਼ੋਰ ਮਹਿਸੂਸ ਕਰ ਰਹੇ ਹੁੰਦੇ, ਉਹਨਾਂ ਦਾ ਹੌਸਲਾ ਵੱਧ ਜਾਂਦਾ ਜਦੋਂ ਇਸ ਤਰ੍ਹਾਂ ਦੀ ਲੀਡਰਸ਼ਿਪ ਸਾਹਮਣੇ ਆਉਂਦੀ ਹੈ? ਉਸ ਲੀਡਰਸ਼ਿਪ ਦੇ ਉੱਪਰ ਕੀ ਦੇਖ ਰਹੇ ਹੋ ਇਸ ਵੇਲੇ? ਕਿਵੇਂ ਲੱਗ ਰਿਹਾ ਉਹਨਾਂ ਲੋਕਾਂ ਦੇ ਬਾਰੇ 'ਚ ਜਿਹੜੇ ਇਸ ਵੇਲੇ ਲੀਡ ਲੈ ਰਹੇ ਆ, ਚਾਹੇ ਉਹ ਸਮਾਜ ਸੁਧਾਰਕ ਨੇ? ਲੱਖੇ ਸਿਧਾਣੇ ਦਾ ਜ਼ਿਕਰ ਕੀਤਾ ਹੈ, ਦੀਪ ਸਿੱਧੂ ਦੀ ਗੱਲ ਬਹੁਤ ਉੱਪਰ ਕੇ ਚੱਲੀ ਹੈ ਕਿ ਉਹਨਾਂ ਨੇ ਬੜਾ ਲੌਜੀਕਲ ਔਰ ਰੈਸ਼ਨਲ ਤਰੀਕੇ ਦੇ ਨਾਲ, ਬੇਸ਼ੱਕ ਵਿਰੋਧ ਵੀ ਹੋਇਆ ਉਹਨਾਂ ਦਾ, ਜਸ ਬਾਜਵਾ ਦੀ ਗੱਲ ਕਰਦੇ ਹਾਂ, ਹਰਫ ਚੀਮਾ ਦੀ, ਤੁਹਾਡੀ ਗੱਲ ਕਰਦੇ ਹਾਂ, ਬਾਵੇ ਦੀ, ਜਾਂ ਫਿਰ ਤਰਸੇਮ ਜੱਸੜ ਦੀ ਗੱਲ ਕਰੀਏ, ਹਰਭਜਨ ਮਾਨ ਹੋਰਾਂ ਦੀ ਗੱਲ ਕਰੀਏ, ਹੋਰ ਬਹੁਤ ਸਾਰੇ ਕਲਾਕਾਰ ਜਿਹੜੇ ਮੈਂ ਨਾਮ ਭੁੱਲ ਰਿਹਾ ਹੋਵਾਂਗਾ। ਔਰ ਜੇ ਆਪੋ ਆਪਣੇ ਤਰੀਕੇ ਦੇ ਨਾਲ, ਚਾਹੇ ਕੋਈ ਦੂਰ ਬੈਠਾ, ਚਾਹੇ ਉੱਥੇ ਪੰਜਾਬ 'ਚ ਬੈਠਾ, ਇਹ ਸਾਰੀ ਜਿਹੜੀ ਜਿਸ ਰੂਪ ਦੇ ਵਿੱਚ ਇੱਕ ਲੀਡਰਸ਼ਿਪ ਸਪਿਰਿਟ ਦਿਖਾਈ ਹੈ, ਇਹਨੂੰ ਲੋਕ ਉਹ ਕਮਜ਼ੋਰੀ ਦਾ ਕਰਕੇ ਇੱਕਦਮ ਕਬੂਲਣ ਲੱਗ ਗਏ ਆ, ਜਾਂ ਉਹਨਾਂ ਨੂੰ ਦਿਖ ਰਿਹਾ ਕਿ ਵਾਕਈ ਕੁਝ ਹੈ? ਨਹੀਂ, ਵਾਕਈ ਚੀਜ਼ ਜੋ ਵੀ ਹੁਣ ਆਇਆ ਨਾ ਬਾਈ, ਵੱਡੇ ਬਾਈ, ਦਿਲੋਂ ਹੀ ਆਇਆ। ਭਾਵੇਂ ਗਵਾਈਏ ਸੀ ਸਾਰੇ, ਭਾਵੇਂ ਸਮਾਜ ਸੇਵੀ ਸੀ, ਭਾਵੇਂ ਧਾਰਮਿਕ ਜਥੇਬੰਦੀਆਂ ਨੇ, ਤੇ ਸਾਰੇ ਦਿਲੋਂ ਹੀ ਆਏ ਆ ਇਸ ਵਾਰੀ ਤਾਂ। ਤੇ ਬਾਕੀ ਇਹ ਹੈ ਕਿ ਕੋਈ ਆਏ ਵੀ ਨਾਗਾ ਜਾ ਪਾ ਕੇ ਆਏ ਆ, ਮੇਰੇ ਖਿਆਲ 'ਚ 3 ਮਹੀਨੇ ਹੋ ਗਏ, ਉਹੀ ਚਿਹਰੇ ਵਾਰ-ਵਾਰ ਅਸੀਂ ਸਾਰੇ ਜਾਣੀ ਔਨ ਸਟੇਜ ਦੇਖ ਰਹੇ ਹਾਂ, ਮੋਰਚੇ ਦੇ ਵਿੱਚ ਦੇਖ ਹੀ ਰਹੇ ਹਾਂ। ਤਾਂ ਬਾਕੀ ਮੈਂ ਇਹ ਕਹੂੰਗਾ ਕਿ ਇੱਥੇ ਸਪੈਸ਼ਲੀ ਨਾ, ਮੈਂ ਹੁਣ ਤੁਸੀਂ ਕੈਨੇਡਾ ਤੋਂ ਗੱਲ ਕਰ ਰਹੇ ਹੋ, ਤਾਂ ਮੈਂ ਜ਼ਰੂਰ ਇੱਥੋਂ ਦੇ ਵੀ ਜਿਹੜੇ ਸਾਰੇ ਨਗਰ ਨਿਵਾਸੀ ਆ, ਕੈਨੇਡਾ ਵਾਲੇ ਵੀ, ਜਾਂ ਅਮਰੀਕਾ ਵਾਲੇ ਆ, ਜਾਂ ਆਸਟ੍ਰੇਲੀਆ ਵਾਲੇ ਭਰਾ ਸਾਡੇ, ਨਿਊਜ਼ੀਲੈਂਡ ਵਾਲੇ, ਇੰਗਲੈਂਡ, ਯੂਰਪ, ਜਿੱਥੇ ਵੀ ਪੰਜਾਬੀ ਬੈਠੇ ਆ, ਤਾਂ ਤੁਸੀਂ ਵੈਸੇ ਪਿੱਛੇ ਤਾਂ ਕਦੇ ਵੀ ਨਹੀਂ ਹਟੇ ਯਾਰ, ਹਨਾ, ਤੁਸੀਂ ਹਮੇਸ਼ਾ ਹੀ ਖੜਦੇ ਹੋ ਪੰਜਾਬ ਨਾਲ। ਪਰ ਇਸ ਵਾਰੀ ਨਾ ਇੱਕ ਮਿੱਟੀ ਦਾ ਮਸਲਾ ਸੀ, ਤੇ ਇੱਕ ਆਏ ਸੀ ਕਿ ਸਾਰਿਆਂ ਨੂੰ ਲੱਗਦਾ ਸੀ ਕਿ ਇਹ ਗੀਤ ਦਾ ਆਖਰੀ ਅੰਤਰ ਹੀ ਆ, ਵੀ ਜੇ ਇਸ ਵਾਰੀ ਹੁਣ ਹੱਲਾ ਨਾ ਮਾਰਿਆ ਸਾਰਿਆਂ ਨੇ ਰਲ ਮਿਲ ਕੇ, ਤਾਂ ਇਸ ਤੋਂ ਬਾਅਦ ਪੰਜਾਬ ਨੂੰ ਫਿਰ ਦੇਖਣਾ ਉਸ ਨਿੱਗਰਤਾ ਨਾਲ, ਉਹ ਵਿਸ਼ਾਲਤਾ ਨਾਲ ਔਖਾ ਹੋ ਜਾਣਾ ਸੀ, ਕਿਉਂਕਿ ਮਸਲਾ ਮਿੱਟੀ ਦਾ ਸੀ, ਮਸਲਾ ਮਾਂ ਦਾ ਸੀ, ਮਸਲਾ ਸਾਡੇ ਬਾਬੇ ਨਾਨਕ ਦੇ ਖੇਤਾਂ ਦਾ ਸੀ, ਮਸਲਾ ਸਾਡੇ ਬਾਬਾ ਬੰਦਾ ਸਿੰਘ ਬਹਾਦਰ ਦੇ ਬਖਸ਼ੀ ਹੋਈ ਸਾਡੀ ਪੈਲੀਆਂ ਦਾ। ਤਾਂ ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਕੋਈ ਬੰਦਾ ਪਿੱਛੇ ਉਸ ਤਰੀਕੇ ਰਹਿ ਗਿਆ, ਸਾਰੇ ਆਏ ਹੈ। ਕਿਸੇ ਨੇ ਕੋਈ ਪੈਸੇ ਪੱਖੋਂ ਮਦਦ ਕੀਤੀ ਹੈ, ਕਿਸੇ ਨੇ ਆਪਣੀ ਫਿਜ਼ੀਕਲ ਅਪੀਅਰੈਂਸ ਇੰਨੀ ਦਿੱਤੀ ਹੈ, ਕਿਸੇ ਨੇ ਨਵੀਆਂ ਨੀਤੀਆਂ ਲਾ ਕੇ ਵਿੱਚ ਡਿਸਕਸ ਕੀਤੀ ਹੈ,
ਜਿਹਦਾ ਜਿੱਥੇ ਬਣਦਾ ਸੀ ਮੇਰੇ ਖਿਆਲ 'ਚ ਸਾਰਿਆਂ ਨੇ ਉਦਾਂ ਦਾ ਯੋਗਦਾਨ ਦਿੱਤਾ। ਰਾਈਟ। ਤਾਂ ਇਹਦੇ ਵਿੱਚੋਂ ਤਾਂ ਮੈਨੂੰ ਲੱਗਦਾ ਕਿ ਜਿਵੇਂ ਤੁਹਾਡਾ ਸਵਾਲ ਸੀ ਨਾ, ਮੈਨੂੰ ਐਂ ਲੱਗਦਾ ਬਾਈ ਕਿ ਆਹ ਬਿੱਲ ਤਾਂ ਹੁਣ ਬਹੁਤ ਪਿੱਛੇ ਰਹਿ ਗਿਆ ਜੀ। ਇਹ ਤਾਂ ਹੁਣ ਇੱਥੇ ਵੀ ਜਦੋਂ ਅਸੀਂ ਆਪਣਾ ਮੋਰਚੇ ਦੇ ਵਿੱਚ ਜਦੋਂ ਸਾਰਿਆਂ ਨੂੰ ਮਿਲਦੇ ਗਿਲਦੇ ਆ, ਜਵਾਨੀ ਨੂੰ ਪੁੱਛਦੇ ਆ, ਤਾਂ ਬਹੁਤ ਸਾਰੇ ਸੱਜਣ ਤਾਂ ਜਿਹੜੇ ਜ਼ਿਆਦਾ ਗੰਭੀਰਤਾ ਨਾਲ ਦੇਖ ਰਹੇ ਆ ਪੰਜਾਬ ਨੂੰ, ਉਹ ਤਾਂ ਕਹਿੰਦੇ ਵੀ ਬਾਈ ਐਂ ਲੱਗਦਾ ਵੀ ਆਹ ਬਿੱਲਾਂ ਵਾਲਾ ਕੰਮ ਤਾਂ ਹੁਣ ਹੋ ਗਿਆ ਓਕੇ। ਅੱਗੇ ਹੁਣੇ ਤਾਂ ਇਹ ਵੀ ਕਾਫਲਾ ਨਾ ਰੁਕੇ, ਹੁਣ ਤਾਂ ਜਿਹੜਾ ਪਾਣੀਆਂ ਦਾ ਹਿਸਾਬ ਕਿਤਾਬ ਲੈਣਾ ਹੈ, ਜਾਂ ਸਾਡੇ ਗੁਰੂ ਸਾਹਿਬ ਦੀ ਬੇਅਦਬੀ ਦਾ ਹਿਸਾਬ ਕਿਤਾਬ ਪਿਆ ਹੈ, ਜਾਂ ਸਾਡੀ ਭਾਸ਼ਾ ਨੂੰ ਜਿਵੇਂ ਅਲੋਪ ਕਰ ਰਹੇ ਆ ਡਿਫਰੈਂਟ ਸਟੇਜਸ, ਆਪਣਾ ਜਿਵੇਂ ਜੰਮੂ ਚੋਂ ਚਲੀ ਗਈ, ਤਾਂ ਉਹ ਕਹਿੰਦੇ ਵੀ ਹੁਣ ਤਾਂ ਹਿਸਾਬ ਕਿਤਾਬ ਲੈਣ ਦਾ ਵੇਲਾ ਵੀ ਪੰਜਾਬ ਜਾਗਿਆ ਹੋਇਆ ਵੀ ਰਲ ਮਿਲ ਕੇ ਹੁਣ ਤਾਂ ਆਪਾਂ ਅਗਲੇ ਕਨਸੈਪਟ ਤੇ ਆਈਏ ਵੀ ਕਿ ਆਜੋ ਭਾਈ ਹੁਣ ਸਾਡਾ ਇਹਦਾ ਵੀ ਹਿਸਾਬ ਕਿਤਾਬ ਕਰੋ। ਪਰ ਕਮਰ ਭਾਈ ਇੱਕ ਇਸ ਗੱਲ ਨੂੰ ਹੀ ਮੈਂ ਥੋੜਾ ਜਿਹਾ ਹੋਰ ਜੇ ਆਪਾਂ ਟੈਕਨੀਕਲੀ ਦੇਖੀਏ, ਔਰ ਜਦੋਂ ਸਰਕਾਰਾਂ ਜਿਸ ਤਰੀਕੇ ਨਾਲ ਕੰਮ ਕਰਦੀਆਂ, ਜਿਸ ਤਰੀਕੇ ਦੇ ਨਾਲ ਕਾਨੂੰਨ ਕੰਮ ਕਰਦੇ ਆ, ਜਿਸ ਤਰੀਕੇ ਦੇ ਨਾਲ ਡੈਮੋਕ੍ਰੇਸੀਜ਼ ਦੀ ਅਸੀਂ ਗੱਲ, ਕਿਉਂਕਿ ਡਿਕਟੇਟਰਸ਼ਿਪ ਨਾ ਤਾਂ ਸਰਕਾਰ ਦੇ ਪੱਖ ਤੋਂ ਚੱਲਣ ਲਈ ਕਿਸੇ ਨੇ ਮੰਨਣਾ ਤੇ ਨਾ ਲੋਕਾਂ ਦੇ ਪੱਖ ਤੋਂ ਹੀ ਡਿਕਟੇਟਰਸ਼ਿਪ ਕਿਸੇ ਨੇ ਸਹਿਣ ਕਰਨੀ ਹੈ। ਸੋ ਜੇ ਅਸੀਂ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਜੇ ਇਸ ਤਰੀਕੇ ਦੇ ਨਾਲ ਕੱਲ ਨੂੰ ਕਿਤੇ ਸਰਕਾਰਾਂ ਇਸੇ ਕਰਕੇ ਤਾਂ ਹੋਲਡ ਕਰੀ ਬੈਠੀਆਂ ਆਪਣੇ ਆਪ ਨੂੰ ਕਿ ਇਹ ਰੈਫਰੈਂਸ ਨਾ ਬਣ ਜਾਵੇ ਇੱਦਾਂ ਦਾ, ਕਿ ਜੇ ਅੱਜ ਅਸੀਂ ਕਿਸਾਨਾਂ ਦੀ ਇਹ ਮੰਗ ਇੱਦਾਂ ਮੰਨ ਲਈ, ਕਾਨੂੰਨ ਵਾਪਸ ਲੈ ਤਾਂ ਕੱਲ ਨੂੰ ਕੋਈ ਹੋਰ ਧੜਾ ਉੱਠ ਕੇ ਖੜ ਜਾਏਗਾ ਕਿਸੇ ਤਰੀਕੇ ਨਾਲ, ਇੱਦਾਂ ਹੀ ਜਾਮ ਜਾਂ ਚੱਕੇ ਜਾਮ ਲੱਗ ਜਾਣਗੇ, ਜਾਂ ਬੇਸ਼ੱਕ ਉਹਦੀ ਜਿਹੜੀ ਡੈਪਥ ਹੈ, ਮੈਂ ਉਸ ਗੱਲ ਨੂੰ ਕਬੂਲਦਾ ਕਿ ਇਸ ਵੇਲੇ ਜਿਸ ਤਰੀਕੇ ਨਾਲ ਪੂਰੇ ਭਾਰਤ ਲੈਵਲ ਤੇ ਔਰ ਦੁਨੀਆ ਪੱਧਰ ਦੇ ਉੱਤੇ ਇਹ ਗੱਲ ਚਰਚਾ 'ਚ ਚਲੇਗੀ ਹੈ, ਸ਼ਾਇਦ ਇੱਦਾਂ ਦਾ ਮੌਕਾ ਪਹਿਲਾਂ ਕਦੀ ਨਹੀਂ ਬਣਿਆ, ਪਰ ਉਸ ਰੈਫਰੈਂਸ ਨੂੰ ਬਣਾਉਣ ਤੋਂ ਤਾਂ ਸਰਕਾਰਾਂ ਡਰਦੀਆਂ ਰਹਿਣਗੀਆਂ ਨਾ। ਦੇਖੋ ਹੁਣ ਗਲਤੀਆਂ ਵੀ ਤਾਂ ਸਰਕਾਰਾਂ ਨੇ ਹੀ ਕੀਤੀਆਂ ਨੇ ਬਾਈ। ਪਹਿਲਾਂ ਜੋ ਕੁਛ ਪੰਜਾਬ ਤੋਂ ਖੁੱਸਿਆ ਹੈ, ਮੰਨਦੇ ਆ, ਮੈਂ ਸਟੇਜਾਂ ਤੇ ਇਸ ਵਾਰੀ ਸ਼ਰੇਆਮ ਬੋਲਿਆ ਇਹ ਗੱਲਾਂ ਵੀ, ਹੋਰ ਵੀ ਬਹੁਤ ਸਾਰੇ ਸੱਜਣ, ਚਲੋ ਮੈਂ ਤਾਂ ਹਜੇ ਬਹੁਤ ਛੋਟਾ ਹੈ, ਕੱਦ 'ਚ ਵੀ ਛੋਟਾ ਹੈ ਤੇ ਤਜਰਬੇ ਪੱਖੋਂ ਵੀ ਛੋਟਾ, ਪਰ ਜਿੰਨਾ ਕੁ ਮੈਂ ਪੰਜਾਬ ਨੂੰ ਦੇਖਿਆ ਤਾਂ ਮੈਂ ਉੱਥੇ ਬਰਾਬਰ ਸਾਰੀਆਂ ਗੱਲਾਂ ਦੇਖੀਆਂ। ਮੈਂ ਕਿਹਾ ਵੀ ਭਾਈ ਗਲਤੀਆਂ ਸਰਕਾਰਾਂ ਨੇ ਵੀ ਕੀਤੀਆਂ ਜੀ, ਪਰ ਗਲਤੀਆਂ ਅਸੀਂ ਵੀ ਤਾਂ ਕੀਤੀਆਂ ਨਾ ਬਾਈ, ਹਨਾ। ਤਾਂ ਇੱਕ ਦਿਨ ਸਟੇਜ ਤੇ ਗੱਲ ਤੁਰ ਪਈ, ਮੈਂ ਕਿਹਾ ਯਾਰ ਨੋ ਡਾਊਟ, ਮੈਂ ਕਿਹਾ ਅਸੀਂ ਆਪਦੇ ਹੱਕਾਂ ਲਈ ਨਿਕਲੇ ਆ ਬਾਹਰ, ਸਾਨੂੰ ਨਿਕਲਣਾ ਵੀ ਚਾਹੀਦਾ ਹੈ। ਸ਼ਾਬਾਸ਼ ਇਹ ਹੈ ਕਿ ਪੰਜਾਬ ਦੀ ਨੌਜਵਾਨੀ ਵੀ ਇਸ ਵਾਰੀ ਬਹੁਤ ਵੱਡੇ ਲੈਵਲ ਤੇ ਪਾਰਟੀਸਪੇਟ ਕਰ ਗਈ, ਪਰ ਮੈਂ ਕਿਹਾ ਤੁਸੀਂ ਦੇਖੋ, ਮੈਂ 35 ਦਾ ਹੋ ਗਿਆ, ਜਦੋਂ ਦੀ ਮੈਂ ਸੁਰਤ ਸਾਂਭੀ ਹੈ ਤਾਂ ਮੈਂ ਦੇਖ ਰਿਹਾ ਕਿ ਅਸੀਂ ਕਹਿਣ ਨੂੰ ਕਹਿੰਦੇ ਹਾਂ ਕਿ ਅਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤ ਹਾਂ ਜੀ, ਪਰ ਮੈਂ ਕਿਹਾ ਪਿਛਲੇ 35-40 ਸਾਲਾਂ ਤੋਂ ਮੈਂ ਕਿਹਾ ਗੁਰੂ ਗੋਬਿੰਦ ਸਿੰਘ ਦਾ ਪੁੱਤ ਕਰ ਕੀ ਰਿਹਾ, ਜਾਂ ਤਾਂ ਬਹੁਤ ਵੱਡੀਆਂ ਪੰਜਾਬ ਦੇ ਵਿੱਚ 3-3 ਮੰਜ਼ਲੀਆਂ ਕੋਠੀਆਂ ਪਾਉਣ 'ਚ ਰੁੱਝਿਆ ਹੋਇਆ ਗੁਰੂ ਗੋਬਿੰਦ ਸਿੰਘ ਦਾ ਪੁੱਤ, ਜਾਂ ਵੱਡੀਆਂ ਕਾਰਾਂ ਖਰੀਦਣ 'ਚ ਰੁੱਝਿਆ ਹੋਇਆ, ਜਾਂ ਵਿਆਹਾਂ ਤੇ 40-40, 50-50 ਲੱਖ ਰੁਪਇਆ, ਕਰੋੜ ਲਾਉਣ 'ਚ ਰੁੱਝਿਆ ਹੋਇਆ, ਜਾਂ ਫਿਰ ਆਪਾਂ ਤਾਂ ਮੈਂ ਕਿਹਾ ਇੰਨੇ ਕਰਕੇ ਪਏ ਆ ਕਿ ਸਾਡੇ ਘਰਾਂ 'ਚੋਂ ਜੋ ਕੋਈ ਬਜ਼ੁਰਗ ਵੀ 100 ਸਾਲ ਦਾ ਹੋ ਕੇ ਪੂਰਾ ਹੁੰਦਾ, ਅਸੀਂ ਉਹਨੂੰ ਵੀ ਕਹਿੰਦੇ ਹਾਂ ਮਾਣ ਨਾਲ ਕਿ ਬਜ਼ੁਰਗ ਨੂੰ ਹੁਣ ਵੱਡਾ ਕਰਾਂਗੇ, ਉੱਥੇ ਵੀ ਅਸੀਂ ਲੱਖਾਂ ਰੁਪਇਆ ਲਾਉਣ ਤੋਂ ਗਰੇਜ਼ ਨਹੀਂ ਕਰਦੇ। ਮਹਿੰਗੇ ਖਾਣਿਆਂ 'ਚ ਰੁੱਝਿਆ ਹੋਇਆ ਗੁਰੂ ਗੋਬਿੰਦ ਸਿੰਘ ਦਾ ਪੁੱਤ। ਗਲਤੀਆਂ ਸਾਡੀਆਂ ਵੀ ਸੀ, ਪਰ ਗਲਤੀਆਂ ਸਰਕਾਰ ਦੀਆਂ ਵੀ ਸੀ, ਪਰ ਹੁਣ ਆਹ ਵੇਲਾ ਆਇਆ ਕਿ ਅਸੀਂ ਕਿਉਂਕਿ ਇਹਨਾਂ ਸੁਭਾਵਾਂ ਦੇ ਵਿੱਚੋਂ, ਇਹਨਾਂ ਲਹਿਰਾਂ ਦੇ ਵਿੱਚੋਂ ਜੇ ਅਸੀਂ ਆਪਦਾ ਸੈਲਫ ਰੈਲੇਸ਼ਨ ਨਹੀਂ ਕਰਾਂਗੇ, ਇਕੱਲਾ ਸਰਕਾਰਾਂ ਤੇ ਭਾਂਡਾ ਭੰਨੀ ਚੱਲਾਂਗੇ, ਉਹ ਵੀ ਸਾਡੀ ਸਿਆਣਪਣੀ ਹੋਊਗੀ। ਸਰਕਾਰਾਂ ਨੇ ਗਲਤੀਆਂ ਕੀਤੀਆਂ, ਇਸ ਕਰਕੇ ਉਹਨਾਂ ਨੂੰ ਇਹ ਚੀਜ਼ ਜਰਨੀ ਪੈਣੀ ਹੈ, ਝੱਲਣੀ ਪੈਣੀ ਹੈ ਆਪਣੇ ਆਪ ਤੇ। ਪਰ ਇੱਥੇ ਤਾਂ ਇੰਨਾ ਸ਼ੁਕਰ ਹੈ ਕਿ ਹੁਣ ਜੇ ਪੰਜਾਬ ਜਾਗਿਆ ਸਾਰਾ, ਤਾਂ ਪੰਜਾਬ ਹੁਣ ਲੜੂਗਾ ਬਾਈ, ਜਿੱਥੋਂ ਤੁਹਾਡਾ ਸਵਾਲ ਸ਼ੁਰੂ ਹੋਇਆ ਸੀ। ਪੰਜਾਬ ਹੁਣ ਕਲੀਅਰ ਕਰੀ ਬੈਠਾ ਕਿ ਪੰਜਾਬ ਹੁਣ ਸੱਚੀਓ ਲੜੂਗਾ, ਕਿਉਂਕਿ ਜਵਾਨੀ ਇੱਕ ਤਾਂ ਹੁੰਦਾ ਕਿ ਡਰਾਮਾ ਜਿਹਾ 3-4 ਦਿਨਾਂ ਦਾ ਤਮਾਸ਼ਾ ਜਿਹਾ ਦੇਖਣ ਨਿਕਲਦੇ ਲੋਕ, ਪਰ ਹੁਣ 3 ਮਹੀਨੇ ਹੋ ਗਏ ਸਾਨੂੰ ਗਰਾਊਂਡ ਤੇ ਫਿਰਦਿਆਂ ਨੂੰ, ਅਸੀਂ ਏਦਾਂ ਦਾ ਸੰਘਰਸ਼ ਨਹੀਂ ਦੇਖਿਆ ਸੀ। ਬੇਸ਼ੱਕ ਮੈਂ ਸੰਘਰਸ਼ ਕੀਤਾ ਹੈ, ਪਰ ਜਿਹੜਾ ਮੇਰੇ ਨਾਲ ਸੰਘਰਸ਼ ਸੀ ਵੱਡੇ ਬਾਈ, ਉਹ ਮੇਰਾ ਆਪਣੇ ਆਪ ਨਾਲ ਸੀ, ਪਰ ਜਿਹੜਾ ਸਿਸਟਮ ਦੇ ਨਾਲ ਲੜਨਾ ਅਸੀਂ 3 ਮਹੀਨਿਆਂ ਤੋਂ ਦੇਖ ਰਹੇ ਹਾਂ ਕਿ ਪੰਜਾਬ ਹੁਣ ਕਿੱਦਾਂ ਨਿਕਲਿਆ ਘਰੋਂ ਬਾਹਰ ਕੇ ਅਸੀਂ ਲੜਨਾ, ਤਾਂ ਇਸ ਕਰਕੇ ਸਰਕਾਰ ਨੂੰ ਬਾਈ ਚੱਲਣੀਆਂ ਪੈਣਗੀਆਂ। ਬਿਲਕੁਲ ਠੀਕ ਹੈ। ਉਹ ਜਜ਼ਬਾ ਜਿਹੜਾ ਵਾਕਈ ਗੱਲ ਜਿਹੜਾ ਉਹ ਜਾਹੋ ਜਲਾਓ, ਮੈਂ ਨਾ ਪਿਛਲੇ ਦਿਨੀ ਵੀ ਸਾਡੇ ਦੋਸਤ ਨੇ ਉਹਨਾਂ ਨਾਲ ਗੱਲ ਕਰਦਾ ਸੀ ਕਿ ਸ਼ਾਇਦ ਸਾਡੇ ਲਈ ਇੱਕ ਜੇ ਇਹਨੂੰ ਪੋਜ਼ਿਟਿਵ ਪੱਖ ਤੋਂ ਦੇਖੀਏ ਕਿ ਜਿਹੜੇ ਸਾਡੇ ਕਬੱਡੀਆਂ ਮੇਲੇ ਜਾਂ ਹੋਰ ਦਿਨ ਤਿਉਹਾਰ ਜਿਹੜੇ ਅਸੀਂ ਸੈਲੀਬ੍ਰੇਟ ਕਰਦੇ ਰਹੇ ਹਾਂ ਪਿਛਲੇ ਸਮਿਆਂ ਦੇ ਵਿੱਚ, ਇਸ ਰੂਪ ਦੇ ਵਿੱਚ ਇਕੱਠ ਕਰਕੇ ਔਰ ਜੋਸ਼ ਦਿਖਾ ਕੇ ਜਿੱਦਾਂ ਆਪਾਂ ਪਾਰਟੀਸਪੇਟ ਕਰਦੇ ਰਹੇ ਹਾਂ, ਸ਼ਾਇਦ ਉਹ ਸਾਡੀ ਜਿਹੜੀ ਪ੍ਰੈਕਟਿਸ ਹੋਈ ਹੈ ਨਾ ਜੀ, ਉਹ ਹੁਣ ਇਸ ਲਹਿਰ ਦੇ ਵਿੱਚ ਉਹ ਪ੍ਰੈਕਟਿਸ ਕੰਮ ਕਰ ਰਹੀ ਹੈ। ਸੋ ਜਿਸ ਤਰੀਕੇ ਦੇ ਨਾਲ ਤੁਸੀਂ ਦੇਖੋ ਲਾਮਬੰਦ ਹੋ ਕੇ ਆਪਾਂ ਮੇਲਿਆਂ ਦੀ ਗੱਲ ਕਰਦੇ ਹੁੰਦੇ ਸੀ, ਕਬੱਡੀਆਂ ਦੀ ਗੱਲ ਕਰਦੇ ਹੁੰਦੇ ਸੀ, ਜਾਂ ਅਖਾੜਿਆਂ ਦੀ ਗੱਲ ਕਰਦੇ ਸੀ, ਉੱਥੇ ਲੋਕ ਆਲਰੇਡੀ ਆਹ ਚੀਜ਼ਾਂ ਥਰੂ ਹੋਏ ਆ। ਲੋਕਾਂ ਨੂੰ, ਕਈਆਂ ਨੂੰ ਤਾਂ ਲੱਗਦਾ ਹੋਣਾ ਕਿ ਯਾਰ ਬਿਲਕੁਲ ਨਵਾਂ ਕੁਝ ਵੇਖਣ ਨੂੰ ਲੱਗ ਰਿਹਾ, ਪਰ ਪੰਜਾਬੀਆਂ ਲਈ ਤਾਂ ਇਹ ਨਵਾਂ ਨਹੀਂ ਹੈ, ਬਸ ਆਕਾਰ ਵੱਡਾ ਹੋ ਗਿਆ ਜੀ। ਬਿਲਕੁਲ ਇੱਥੇ ਵੀ ਉਨੀ ਪ੍ਰੈਪਰੇਸ਼ਨ ਨਾ ਆਇਆ, ਇੱਥੇ ਕੋਈ ਲੱਗ ਹੀ ਨਹੀਂ ਰਿਹਾ ਹੁਣ, ਕੋਈ ਮੁਸੀਬਤ ਆ ਰਹੀ ਹੈ ਜੀ। ਤੁਸੀਂ ਦੇਖ ਲਓ ਕਿ ਅੱਜ ਤੁਹਾਨੂੰ ਅੱਜ ਦੀ ਗੱਲ ਸੁਣਾਉਣਾ,
ਹੁਣ ਸਿਲੰਡਰ ਆਈ ਜਾਂਦੇ ਆ, ਲੋਕ ਸਿਲੰਡਰ ਲਿਆ ਦੇਈ ਜਾਂਦੇ ਆ, ਚੁੱਲ੍ਹੇ ਲਿਆ ਦੇਈ ਜਾਂਦੇ ਆ, ਗੀਜ਼ਰ ਲਿਆ ਦੇਈ ਜਾਂਦੇ ਆ। ਇੱਕ ਨੇ ਸੋਲਰ ਸਿਸਟਮ ਹੀ ਲਾਤਾ ਪੱਟੂ ਲਿਆ ਕੇ। ਉਹ ਕਹਿੰਦਾ ਚਾਰਜ ਕਰੀ ਚਲੋ ਆਪਣੇ ਫੋਨ। ਹਾਂ, ਫੋਨ ਚਾਰਜ ਕਰੀ ਚਲੋ। ਤਾਂ ਜਾਣੀ ਕਹਿਣ ਦਾ ਮਤਲਬ ਇਹ ਹੈ ਕਿ ਚਲੋ ਮਦਦ ਬਾਹਰੋਂ ਆ ਰਹੀ ਹੈ ਬਹੁਤ ਜ਼ਿਆਦਾ, ਤੇ ਇਸ ਕਰਕੇ ਕੋਈ ਤਾਂ ਸਾਰਾ ਅੱਜ ਅਸੀਂ ਨਾ ਇੱਕ ਗੀਤ ਕਰਨ ਲੱਗੇ 8 ਤਰੀਕ ਨੂੰ। ਹਾਂਜੀ, ਗੀਤ ਅਸੀਂ ਕਰ ਰਹੇ ਹਾਂ ਸਪੈਸ਼ਲੀ ਜਵਾਨੀ ਲਈ। ਠੀਕ ਹੈ। ਹਾਂ, ਜ਼ਿੰਦਾਬਾਦ ਨੀ ਜਵਾਨੀ ਹੈ, ਮਾਣ ਤੇਰੇ ਉੱਤੇ ਸਾਰਾ ਹੀ ਪੰਜਾਬ ਕਰਦਾ। ਤਾਂ ਅਸੀਂ ਸਮਝਦੇ ਸੀ ਕਿ ਹੁਣ ਜਵਾਨੀ ਨੇ ਜੇ ਇਸ ਤਰੀਕੇ ਨਾਲ ਆਏ ਹੈ ਤਾਂ ਅਸੀਂ ਹੱਲਾਸ਼ੇਰੀ ਦਈਏ, ਜੇ ਸਾਡੇ ਇੱਕ ਕਿਸੇ ਗੀਤ ਦੇ ਨਾਲ ਇਹਨਾਂ ਨੂੰ ਹੋਰ ਬੂਸਟ ਅਪ ਵੱਜ ਸਕਦਾ ਤਾਂ ਮਾਰੀਏ ਜ਼ਰੂਰ। ਤਾਂ ਅੱਜ ਮੁੰਡਾ ਆਪਣਾ ਰਾਈਟਰ ਮੁੰਡਾ ਕਹਿ ਰਿਹਾ ਸੀ, ਕਹਿੰਦਾ ਯਾਰ ਬਾਈ ਮੈਂ ਨਾ ਇੱਕ ਗੀਤ ਲਿਖ ਰਿਹਾ ਕਿ ਉਹਦੇ ਚ ਕਹਿੰਦਾ ਮੈਂ ਇਹ ਸਾਰੀਆਂ ਚੀਜ਼ਾਂ ਪਾ ਰਿਹਾ ਯਾਰ, ਵੀ ਆਹ ਅੱਜ ਉੱਥੇ ਆ ਗਈਆਂ, ਵੀ ਦਿੱਲੀ ਵੀ ਹੁਣ ਸਾਡੇ ਕੋਲ ਇਕੱਲਾ ਇੱਟਾਂ, ਸੀਮੈਂਟ ਤੇ ਬਜਰੀ ਰਹਿ ਗਏ। ਅੱਛਾ, ਵੀ ਜਿਹੜੀ ਚੀਜ਼ ਇੱਥੇ ਮੋਰਚੇ ਚ ਪਹੁੰਚੀ ਨਹੀਂ, 15-20 ਦਿਨ ਹੋਰ ਲਾਤੇ ਅਸੀਂ ਇੱਥੇ ਕੰਸਟਰਕਸ਼ਨ ਦਾ ਕੰਮ ਸ਼ੁਰੂ ਕਰ ਲੈਣਾ, ਉਹ ਵੀ ਆ ਜਾਣਾ ਇੱਥੇ। ਵੀ ਫੇਰ ਨਾ ਕਿ ਅਸੀਂ ਘਰ ਪਾ ਕੇ ਬਹਿ ਜਾਣਾ, ਇੱਥੇ ਸਾਡਾ ਪ੍ਰੋਪਰ ਅਰੇਂਜਮੈਂਟ ਸਾਰਾ ਹੋਇਆ ਪਿਆ। ਜੀ ਜੀ ਜੀ। ਤਾਂ ਕਹਿਣ ਦਾ ਮਤਲਬ ਕਿ ਅਸੀਂ ਤਾਂ ਸ਼ੁਰੂ ਤੋਂ ਹੀ ਇਹ ਲੜਾਈ ਲੜੀ ਹੈ ਪੰਜਾਬ ਨੇ। ਜੀ ਜੀ। ਤਾਂ ਇੱਥੇ ਦੇਖ ਲਓ ਤੁਸੀਂ 27 ਤਰੀਕ ਦੇ ਆਏ ਹੋਏ ਆ, ਕਿਉਂਕਿ 26 ਨੂੰ ਚੱਲੇ ਸੀ, 27 ਨੂੰ ਪਹੁੰਚੇ। 27, 28, 29, 30, 1, 2, 3 ਤੇ 4 8ਵਾਂ ਦਿਨ ਹੈ ਬਾਈ ਅੱਜ। ਹਾਂਜੀ। 8 ਦਿਨਾਂ ਦੇ ਵਿੱਚ ਤੁਸੀਂ ਦੇਖ ਲਓ ਉੱਥੇ ਰੇਹੜੀਆਂ ਲੱਗੀਆਂ ਪਈਆਂ, ਫਰੂਟਸ ਦੀਆਂ ਰੇਹੜੀਆਂ ਲੱਗੀਆਂ ਪਈਆਂ, ਸਬਜ਼ੀਆਂ ਦੀਆਂ, ਹੋਰ ਲੱਲਾ ਪੱਬਾ, ਪਤਾ ਨਹੀਂ ਕਿਸੇ ਚੀਜ਼ ਦੀ ਕਮੀ ਨਹੀਂ ਹੈ ਕੋਈ। ਹਨਾ, ਖਾਲਸਾ ਏਡ ਵਾਲੇ ਭਰਾ ਸਿਰ ਝੁਕਦਾ, ਚਲੋ ਗੁਰੂ ਬਾਹਰ ਆਏ ਨੇ, ਉਹਨਾਂ ਦਾ ਪਤਾ ਨਹੀਂ ਜਾਣੀ ਆਪ ਅੰਦਰ ਵਾਸ ਕਰਕੇ ਉਹਨਾਂ ਤੋਂ ਸੇਵਾ ਕਰਵਾਉਂਦੇ ਆ। ਤਾਂ ਕੋਈ ਕਸਰੀ ਨਹੀਂ ਪਾਈ ਜਾਣੀ, ਸਭ ਕੁਛ ਐਨ ਮਹਾਰਾਜ ਨੇ ਬਹੁਤ ਵੈਲ ਪਲਾਨ ਦਿੱਤਾ ਸਭ। ਕਮਰ ਭਾਈ ਜੇ ਇਜਾਜ਼ਤ ਦਿਓ, ਆਪਾਂ ਕੁਛ ਸਾਡੇ ਇਸ ਵੇਲੇ ਕਾਲਸ ਆਲਰੇਡੀ ਹੋਲਡ ਤੇ ਨੇ, ਆਪਾਂ ਉਹਨਾਂ ਨੂੰ ਵੀ ਲੈ ਸਕਦੇ ਹਾਂ ਜੇ ਤੁਸੀਂ ਠੀਕ ਸਮਝੋ ਤਾਂ ਆਪਾਂ, ਕਿਉਂਕਿ ਬਲਬਲੇ ਹੋਣਗੇ ਸਾਡੇ ਸੁਣਨ ਵਾਲਿਆਂ ਦੇ ਵੀ, ਕਿਉਂਕਿ ਆਪਾਂ ਤਾਂ ਚਲੋ ਜਿੰਨਾ ਮਰਜ਼ੀ ਗੱਲਾਂ ਕਰੀ ਜਾਈਏ ਪਰ ਹਾਂਜੀ। ਸੋ ਦੋਸਤੋ ਸਾਡੇ ਸਟੂਡੀਓ ਦੇ ਵਿੱਚ ਤੁਸੀਂ ਕਾਲ ਕਰ ਸਕਦੇ ਹੋ 905-601-1350। 3 ਲਾਈਨਾਂ ਇਸ ਵੇਲੇ ਖਾਲੀ ਨੇ, ਤੇ ਤੁਸੀਂ ਅਗਰ ਗੱਲ ਕਰਨੀ ਹੋਵੇ ਤਾਂ ਕਮਰ ਗਰੇਵਾਲ ਸਾਹਿਬ ਦੇ ਨਾਲ, ਔਰ ਬਰੀਫ ਰੱਖਦੇ ਹੋਏ ਆਪਾਂ ਬਹੁਤ ਥੋੜੀ ਤਾਂ ਕਿ ਅਸੀਂ ਕਾਲਸ ਜ਼ਿਆਦਾ ਲੈ ਲਈਏ। ਸੋ ਜੇਕਰ ਤੁਸੀਂ ਇਸ ਵੇਲੇ ਸੁਣ ਰਹੇ ਹੋ, ਆਪਾਂ ਕੁਝ ਮਿੰਟ ਅਗਲੇ ਗੱਲਬਾਤ ਕਰਾਂਗੇ ਕਮਰ ਗਰੇਵਾਲ ਹੋਰਾਂ ਦੇ ਨਾਲ। ਇੱਕ ਕਾਲ ਹੋਰ ਆ ਸਕਦੀ ਹੈ, ਸਾਡੀਆਂ ਬਾਕੀ ਸਾਰੀਆਂ ਲਾਈਨਸ ਫੁੱਲ ਨੇ। ਸੋ 905-601-1350। ਤੇ ਇੱਕ ਬੇਨਤੀ ਕਰਦਾ ਕਿ ਬਹੁਤ ਬਰੀਫ ਰੱਖਿਓ ਤਾਂ ਕਿ ਅਸੀਂ ਕਮਰ ਬਾਈ ਹੋਰਾਂ ਦੀ ਗੱਲਬਾਤ ਵੀ ਨਾਲ ਦੀ ਨਾਲ ਸੁਣਦੇ ਰਹੀਏ। ਸਿਰਫ ਇੱਕ ਬ੍ਰੇਕ ਲੈ ਲਈਏ ਛੋਟੀ ਜੀ, ਤੇ ਫਿਰ ਆਪਾਂ ਆਪਣੀਆਂ ਕਾਲਸ ਵੱਲ ਨੂੰ ਵੱਧਦੇ ਹਾਂ। ਪ੍ਰੋਗਰਾਮ ਹਰਜਿੰਦਰ ਗਿੱਲ ਸ਼ੋ 1350 AM ਦੇ ਉੱਤੇ ਤੁਸੀਂ ਸੁਣ ਰਹੇ ਹੋ। You are listening to the Harjinder Gill Show, Rams Punjabi, only on 1350 AM.